ਤਾਂ ਆਸਟ੍ਰੇਲੀਆ ਇੰਨਾ ਸਟੂਡੈਂਟ ਫਰੈਂਡਲੀ ਕੰਟਰੀ ਹੈ, ਵੇਅਰਐਜ਼ ਲੋਕੀ ਹਮੇਸ਼ਾ ਆਸਟ੍ਰੇਲੀਆ ਨੂੰ ਇਹ ਕਹਿੰਦੇ ਸੀ ਉੱਥੇ PR ਨਹੀਂ ਹੁੰਦੀ। ਕੰਮ ਉਹ ਟੈਕਸੀ ਦਾ ਕਰਦਾ, ਕਿਤੇ ਨੂੰ ਪੈਸੇ ਦੇ ਕੇ ਐਕਸਪੀਰੀਅੰਸ ਦਿਖਾਉਂਦਾ ਹੈ। ਗਵਰਨਮੈਂਟ ਉਸ ਚੀਜ਼ ਨੂੰ ਖਤਮ ਕਰਨਾ ਚਾਹੁੰਦੀ ਹੈ। ਸਾਰਾ ਉਹ ਬੱਚਾ ਜਿਹੜਾ ਆਸਟ੍ਰੇਲੀਆ ਨੂੰ ਪਾਰਟ ਟਾਈਮ ਜੌਬ ਕਰਕੇ ਸਿਲੈਕਟ ਕਰਦਾ ਸੀ, ਉੱਥੇ $25 ਘੰਟੇ ਦੇ ਮਿਲਦੇ ਆ, ਉਹਨਾਂ ਨੂੰ ਵੀਜ਼ਾ ਨਹੀਂ ਦੇਣਗੇ। ਬੜਾ ਕਲੀਅਰ ਕਰਤਾ ਉਹਨਾਂ ਨੇ। 12ਵੀਂ ਪਾਸ ਬੱਚਾ, 18-19 ਸਾਲ ਦਾ ਬੱਚਾ ਉੱਥੇ ਜਾ ਕੇ $16,000 ਬਚਾ ਲੇ ਪਹਿਲੇ 6 ਮਹੀਨੇ ਜਾ ਕੇ, ਇਹ ਜਾਦੂ ਨਹੀਂ ਹੋਣ ਵਾਲਾ। ਲਾਲਚ ਨਹੀਂ ਹੈਗਾ, ਕਿਉਂਕਿ ਇਮੀਗ੍ਰੇਸ਼ਨ ਵਾਲਾ ਤਾਂ ਹੁੰਦਾ ਵੀ ਸਾਡੇ ਕੋਲ ਬੱਚੇ ਆਉਣ, ਅਸੀਂ ਕਿਉਂ ਰੱਖਣਾ ਨਾ, ਤੁਸੀਂ ਫੀਸ ਦਾ ਵੀ ਡਰਾ ਰਹੇ ਹੋ ਵੀ ਬਿਲਕੁਲ ਚਾਹੀਦਾ। ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਇੱਕੋ ਵਾਰ ਨਹੀਂ ਵੱਢੀਦਾ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਸੋ ਪਿਛਲੇ ਦਿਨੀ +2 ਦਾ CBSE ਬੋਰਡ ਦਾ ਰਿਜ਼ਲਟ ਆ ਗਿਆ ਤੇ 12ਵੀਂ ਜਮਾਤ ਜਿਹੜੀ ਹੈ ਉਹ ਬੱਚਿਆਂ ਨੇ ਪਾਸ ਕਰਨ ਤੋਂ ਬਾਅਦ ਤਾਂ ਬੱਚੇ ਜਿਹੜੇ ਨੇ ਅਬਰੋਡ ਜਾਣ ਦਾ ਸੋਚ ਰਹੇ ਆ। ਤੇ ਜੇ ਪੰਜਾਬ ਬੋਰਡ ਦਾ ਰਿਜ਼ਲਟ ਜਿਹੜਾ ਹਲੇ ਪੈਂਡਿੰਗ ਹੈ, ਪਰ ਉਹ ਵੀ ਬੱਚੇ ਪਲੈਨਿੰਗਾਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ। ਪਰ ਉੱਥੇ ਕਨਫਿਊਜ਼ਨ ਹੁੰਦੀ ਹੈ ਵੀ ਕਿਹੜੇ ਮੁਲਕ ਦੇ ਵਿੱਚ ਜਾਈਏ, ਹੈ ਨਾ। ਬੱਚੇ ਸੋਚਦੇ ਆ, ਪੇਰੈਂਟਸ ਸੋਚਦੇ ਆ। ਪਰ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੇ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ, ਕਿਉਂਕਿ ਕੁਝ ਚੇਂਜਸ ਆਏ ਆ। ਗਵਰਨਮੈਂਟ ਨੇ ਐਜੂਕੇਸ਼ਨ ਪਾਲਿਸੀ ਦੇ ਵਿੱਚ ਕੁਝ ਚੇਂਜਸ ਲੈ ਕੇ ਆਉਂਦੇ ਆ। ਗੱਲਬਾਤ ਕਰਦੇ ਆ ਸਾਡੇ ਨਾਲ ESS ਗਲੋਬਲ ਤੋਂ ਰੋਹਿਤ ਸ਼ੇਟੀ ਜੀ ਨੇ, ਉਹਨਾਂ ਤੋਂ ਜਾਣਦੇ ਆ। ਤੁਹਾਡਾ ਸਵਾਗਤ ਹੈ ਜੀ ਦਾ ਅਨਮਿਊਟ ਤੇ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਹਾਂ ਸਰ, ਕੀ ਚੇਂਜਸ ਆਏ ਆ ਜਿਹੜੇ ਬਾਹਰ ਬੱਚੇ ਜਾਣਾ ਚਾਹੁੰਦੇ ਆ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਕੁਝ ਚੇਂਜਸ ਆਏ ਆ, ਤਾਂ ਮੈਂ ਇਹ ਚਾਹੁੰਦਾ ਵੀ ਬੱਚੇ ਜਾਂ ਪੇਰੈਂਟਸ ਕਨਫਿਊਜ਼ ਨਾ ਰਹਿਣ। ਦੇਖੋ, ਜਿਹੜੇ ਚੇਂਜਸ ਆਏ ਨੇ, ਅਨਾਊਂਸ ਹੋਏ ਨੇ, ਬੇਸਿਕਲੀ ਉਹਦਾ ਐਕਚੁਅਲੀ ਬਲੂਪ੍ਰਿੰਟ ਤਾਂ ਅਗਲੇ 2 ਮਹੀਨਿਆਂ 'ਚ ਆਏਗਾ, ਬਟ ਉਹਦਾ ਅਸਰ ਜ਼ਰੂਰ ਦੇਖਣ ਨੂੰ ਆ ਗਿਆ ਹੈਗਾ ਪਿਛਲੇ ਹਫ਼ਤੇ ਦੌਰਾਨ। ਜਿਹੜਾ ਚੇਂਜਸ ਆਏ ਨੇ ਜਾਂ ਉਹਨਾਂ ਨੇ ਅਨਾਊਂਸ ਕੀਤੇ ਨੇ, ਇਹ ਚੇਂਜ ਹੈਗਾ ਪੂਰੀ ਦੇ ਪੂਰੇ ਇਮੀਗ੍ਰੇਸ਼ਨ ਸਿਸਟਮ ਨੂੰ। ਇਮੀਗ੍ਰੇਸ਼ਨ ਸਿਸਟਮ ਮਤਲਬ ਚਾਹੇ ਉਹ ਇੰਡੀਆ ਤੋਂ ਸਿੱਧਾ PR ਵਾਸਤੇ ਬੱਚੇ ਐਪਲੀਕੈਂਟ ਲੈ ਕੇ ਜਾਂਦੇ ਨੇ, ਜਾਂ ਜਿਹੜਾ ਉੱਥੇ ਬੱਚਾ ਗਿਆ ਹੋਇਆ ਹੈ ਉਹ ਉੱਥੇ PR ਦੀ ਐਪਲੀਕੇਸ਼ਨ ਪਾਉਂਦਾ ਹੈ ਪੜ੍ਹਾਈ ਤੋਂ ਬਾਅਦ। ਉਹਨਾਂ ਦਾ ਬੜਾ ਇੱਕ ਮੋਟਾ ਕੰਸਰਨ ਸੀਗਾ ਵੀ ਜਦ ਇੱਕ ਸਟੂਡੈਂਟ ਪੜ੍ਹਨ ਆ ਗਿਆ, ਉਸ ਤੋਂ ਬਾਅਦ ਉਹ 5-6 ਸਾਲ ਤੱਕ ਟੈਂਪਰੇਰੀ ਵੀਜ਼ੇ 'ਤੇ ਰਹਿੰਦਾ ਵੱਖਰੇ ਵੱਖਰੇ ਕਾਰਨਾਂ ਕਰਕੇ। ਉਸ ਤੋਂ ਬਾਅਦ ਉਹਨੂੰ PR ਦੀ ਮੰਜ਼ਿਲ ਮਿਲਦੀ ਹੈਗੀ ਹੈ। ਉਹ ਉਸ ਪੂਰੇ ਟਾਈਮ ਨੂੰ ਘਟਾਉਣਾ ਚਾਹੁੰਦੇ ਨੇ, ਤਾਂ ਕਿ ਜਿਵੇਂ ਪੜ੍ਹਾਈ ਹੋਈ ਨਾਲ ਦੀ ਨਾਲ ਹੀ ਤੁਹਾਨੂੰ ਆਟੋਮੈਟਿਕ 485, ਜਿਹਨੂੰ ਆਪਾਂ ਪੋਸਟ ਸਟੱਡੀ ਵਰਕ ਵੀਜ਼ਾ ਕਹਿੰਦੇ ਹਾਂ, 3 ਸਾਲ ਦਾ ਮਿਲਦਾ ਹੈ ਜਾਂ 5 ਸਾਲ ਦਾ ਮਿਲਦਾ ਹੈ। ਆਸਟ੍ਰੇਲੀਆ ਵਿੱਚ 7 ਸਾਲ ਤੱਕ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ੇ ਦੀ ਐਲੀਜੀਬਿਲਿਟੀ ਬਣਦੀ ਹੈ ਇੱਕ ਐਪਲੀਕੈਂਟ ਦੀ, ਜੇ ਉੱਥੇ 2 ਸਾਲ ਦੀ ਮਾਸਟਰਸ ਜਾਂ 3 ਸਾਲ ਦੀ ਬੈਚਲਰ ਕਰਦਾ ਤਾਂ ਆਸਟ੍ਰੇਲੀਆ ਇੰਨਾ ਸਟੂਡੈਂਟ ਫਰੈਂਡਲੀ ਕੰਟਰੀ ਹੈ, ਵੇਅਰਐਜ਼ ਲੋਕੀ ਹਮੇਸ਼ਾ ਆਸਟ੍ਰੇਲੀਆ ਨੂੰ ਇਹ ਕਹਿੰਦੇ ਸੀ ਉੱਥੇ PR ਨਹੀਂ ਹੁੰਦੀ। ਇਹ ਆਪਣੀ ਜਨਤਾ ਦਾ ਇੱਕ ਮੰਨਣਾ ਸੀ, ਵੱਡਾ ਸਵਾਲ ਸੀਗਾ। ਇਹ ਉੱਥੋਂ ਦੀ ਗਵਰਨਮੈਂਟ ਨੇ 2 ਤਰਫੀ ਐਡਰੈਸ ਕੀਤਾ। ਉਹਨਾਂ ਨੇ ਬੜਾ ਸਿੰਪਲੀ ਕਿਹਾ, ਜੇ PR ਲੈਣੀ ਹੈ ਤਾਂ ਉਸੇ ਫੀਲਡ 'ਚ ਕੰਮ ਕਰਨਾ ਪਊਗਾ। ਟੈਕਸੀਆਂ ਨਹੀਂ ਚਲਾਉਣੀਆਂ, ਚੌਕੀਦਾਰੀ ਨਹੀਂ ਕਰਨੀ, ਇਨ ਅਦਰ ਸੈਂਸ ਸਿਕਿਉਰਿਟੀ ਗਾਰਡ ਦੀ ਜੌਬ ਨਹੀਂ ਕਰਨੀ, ਜਾਂ ਹੋਰ ਲੋ ਸਕਿਲਡ ਜੌਬ, ਉਹਨੂੰ ਅਵੋਇਡ ਕਰੋ। ਉਹ ਗਵਰਨਮੈਂਟ ਕਿਉਂ ਕਹਿੰਦੀ ਪਈ ਹੈ? ਕਿਉਂਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਾਰੀਆਂ ਜੌਬ AI ਨੇ ਰਿਪਲੇਸ ਕਰ ਦੇਣੀਆਂ ਨੇ। ਮਤਲਬ ਇੱਕ ਉਹ ਸਮਾਂ ਵੀ ਆਏਗਾ ਜਦ ਤੁਸੀਂ ਟੈਕਸੀ ਲਓਗੇ ਤਾਂ ਉਹ ਡਰਾਈਵਰਲੈਸ ਟੈਕਸੀ ਹੋਏਗੀ ਬੇਸਿਕਲੀ। ਐਟਲੀਸਟ ਉਹਨਾਂ ਮੁਲਕਾਂ ਵਿੱਚ ਤਾਂ ਪੋਸੀਬਲ ਹੈਗਾ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ। ਅਤੇ ਬੱਚਾ ਜਿਹੜਾ ਉਸ ਸੈਗਮੈਂਟ 'ਚ ਜਾਂਦਾ ਹੈਗਾ ਨਾ, ਕੰਮ ਉਹ ਟੈਕਸੀ ਦਾ ਕਰਦਾ, ਕਿਤੇ ਨੂੰ ਪੈਸੇ ਦੇ ਕੇ ਐਕਸਪੀਰੀਅੰਸ ਦਿਖਾਉਂਦਾ ਹੈ। ਗਵਰਨਮੈਂਟ ਉਸ ਚੀਜ਼ ਨੂੰ ਖਤਮ ਕਰਨਾ ਚਾਹੁੰਦੀ ਹੈ। ਉਹਨਾਂ ਨੇ ਸਟੂਡੈਂਟ ਦੀ ਦੁਨੀਆਵੀ ਸਮਝੀ, ਜਿਹਦੇ ਵਿੱਚ ਇਹ ਕਿਹਾ ਜੀ ਤੁਹਾਨੂੰ 6-6 ਸਾਲ ਟੈਂਪਰੇਰੀ ਵੀਜ਼ੇ ਮਿਲਦੇ ਰਹਿੰਦੇ ਨੇ। ਜਿਵੇਂ ਇੱਕ ਪੜ੍ਹਾਈ ਪੂਰੀ ਹੋਈ, ਤੁਸੀਂ 485 ਲੈਣ ਲਈ ਤਕਰੀਬਨ 8 ਮਹੀਨੇ ਲੱਗ ਜਾਂਦੇ ਨੇ। ਉਹ ਕਹਿੰਦੇ ਅਸੀਂ ਆਟੋਮੇਟਿਡ ਸਿਸਟਮ ਬਣਾ ਦਾਂਗੇ, ਜਿਵੇਂ ਤੁਹਾਡਾ ਪੜ੍ਹਾਈ ਪੂਰੀ ਹੋਈ ਤੁਹਾਨੂੰ ਨਾਲ ਦੀ ਨਾਲ ਹੀ 485 ਵੀਜ਼ਾ ਘਰੇ ਬੈਠੇ ਇੰਟਰਨੈਟ 'ਤੇ ਮਿਲ ਜੂਗਾ। ਦੈਟ ਮੀਨ ਉਹ 8 ਮਹੀਨਿਆਂ ਦਾ ਸਮਾਂ ਘੱਟ ਗਿਆ। ਹੁਣ ਤੁਸੀਂ ਫਟਾਫਟ 485 'ਤੇ ਗਏ, ਉਸ ਤੋਂ ਬਾਅਦ ਤੁਸੀਂ ਅੱਗੇ PR ਦੀ ਐਪਲੀਕੇਸ਼ਨ ਪਾਣੀ ਹੈ, ਰੀਜਨਲ ਸਪਾਂਸਰਸ਼ਿਪ ਪਾਣੀ ਹੈ, ਜਾਂ ਸਕਿਲਡ ਮਾਈਗ੍ਰੇਸ਼ਨ ਪਾਣੀ ਹੈ। ਉਹ 'ਤੇ ਕੰਮ ਚੱਲਦਾ ਪਿਆ ਵੀ ਉਹਨੂੰ ਕਿਵੇਂ ਘਟਾ ਸਕੀਏ। ਇੱਕ ਧਿਆਨ ਦੇਣ ਵਾਲੀ ਗੱਲ ਇਹ ਹੈ, ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ 'ਚ 120 ਸਬ ਕਲਾਸਾਂ ਨੇ ਜਿਹਦੇ ਵਿੱਚ ਤੁਸੀਂ PR ਹੋ ਸਕਦੇ ਹੋ। ਐਡੇ ਵੈਰਾਈਟੀ ਹੈ। ਉਹ ਕਹਿੰਦੇ ਆ ਪੂਰਾ ਕੰਪਲੈਕਸ ਸਿਸਟਮ ਹੈ। ਕਿਸੇ ਨੂੰ 120 ਸਬ ਕਲਾਸਾਂ ਨਾ ਯਾਦ ਹੋਣੀ ਹੈ, ਨਾ ਐਕਚੁਅਲ ਕਿਵੇਂ ਕੰਮ ਹੁੰਦੀਆਂ, ਉਹਦੇ ਵਾਸਤੇ ਉਹਨਾਂ ਦਾ ਕੋਈ ਸਿਸਟਮ ਬਣਿਆ ਹੋਣਾ। ਉਹਨੂੰ ਘਟਾ ਕੇ ਜਿੰਨਾ ਨੈਰੋ ਡਾਊਨ ਕਰ ਸਕਦੇ ਆ ਉਹਦੀ ਤਿਆਰੀ ਕਰਦੇ ਪਏ ਆ। ਹੁਣ ਇਹ ਜਿਹੜਾ ਚੇਂਜ ਹੈ ਇਹ 2 ਤਰਫੀ ਕੰਮ ਕਰੇਗਾ। ਸਾਰਾ ਉਹ ਬੱਚਾ ਜਿਹੜਾ ਆਸਟ੍ਰੇਲੀਆ ਨੂੰ ਪਾਰਟ ਟਾਈਮ ਜੌਬ ਕਰਕੇ ਸਿਲੈਕਟ ਕਰਦਾ ਸੀ, ਉੱਥੇ $25 ਘੰਟੇ ਦੇ ਮਿਲਦੇ ਆ, ਉਹਨਾਂ ਨੂੰ ਵੀਜ਼ਾ ਨਹੀਂ ਦੇਣਗੇ।
ਬੜਾ ਕਲੀਅਰ ਕਰਤਾ ਉਹਨਾਂ ਨੇ ਵੀ ਇਹ ਡਿਸੀਜਨ ਸਾਡਾ ਉਹ ਬੱਚਿਆਂ ਵਾਸਤੇ ਭਾਰੀ ਪਏਗਾ ਜਿਹੜੇ ਆਸਟ੍ਰੇਲੀਆ ਨੂੰ ਕੰਮ ਲਈ ਵਰਤਦੇ ਨੇ, ਪੜ੍ਹਾਈ ਲਈ ਨਹੀਂ ਵਰਤਦੇ। ਨੰਬਰ 1। ਨੰਬਰ 2, ਉਸੇ ਤਰੀਕੇ ਨਾਲ ਇਹ ਬਹੁਤ ਸਾਰੀ ਫੈਸਿਲਿਟੀਜ਼ ਲੈ ਕੇ ਆਏਗਾ। ਫੋਰ ਐਗਜ਼ਾਮਪਲ ਇੱਕ ਰੂਲ ਦੇ ਵਿੱਚ ਇਹ ਵੀ ਉਹਨਾਂ ਨੇ ਲਿਖਿਆ ਹੈ, ਅਸੀਂ ਇਹੋ ਜਿਹਾ ਪ੍ਰੋਵੀਜ਼ਨ ਬਣਾਵਾਂਗੇ ਜਿਹਦੇ ਵਿੱਚ ਕੁਝ ਆਕੂਪੇਸ਼ਨ ਅਸੀਂ ਪਹਿਲਾਂ ਹੀ ਸਿਲੈਕਟ ਕਰ ਲਾਂਗੇ ਵੀ ਇਹ ਆਕੂਪੇਸ਼ਨ ਨੂੰ ਸਿੱਧਾ PR ਦਿੱਤੀ ਜਾਵੇ। ਇਹਨਾਂ ਲਈ ਉਹ ਪੋਸਟ ਸਟੱਡੀ ਵਰਕ ਵੀਜ਼ਾ ਵੀ ਹਟਾ ਦੇਣਗੇ ਵਿੱਚੋਂ। ਤਾਂ ਇਹੋ ਜਿਹੇ ਕਈ ਪ੍ਰੋਵੀਜ਼ਨ ਫॉर ਅ ਜੈਨੂਇਨ ਸਟੂਡੈਂਟ ਦੇ ਆਰ ਕਮਿੰਗ ਇਨ ਪਲੇਸ। ਤੇ ਨਾਨ ਜੈਨੂਇਨ ਸਟੂਡੈਂਟ ਵਾਸਤੇ ਸ਼ਾਇਦ ਆਸਟ੍ਰੇਲੀਆ ਦੇ ਹੁਣ ਦਰਵਾਜ਼ੇ ਟਾਈਟ ਹੋਣਗੇ ਜਾਂ ਬੰਦ ਹੋਣਗੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ, ਇਹ ਟਾਈਮ ਦੱਸੇਗਾ। ਕਿਉਂਕਿ GT ਜਿਹੜੀ ਇਹਨਾਂ ਦੀ ਹੈ, ਜਿਹੜੀ 2015 ਦੇ ਵਿੱਚ ਆਈ ਸੀਗੀ, 2012 ਸ਼ੁਰੂਆਤ ਹੋਈ ਸੀਗੀ SVP ਪ੍ਰੋਗਰਾਮ ਦੀ, 2015 ਦੇ ਵਿੱਚ ਇਹ SVP ਬਣ ਗਿਆ SSVF। ਜਦ GT ਬੜੇ ਲੰਬੇ ਤੌਰ ਤੇ ਮਾਰਕੀਟ 'ਚ ਆਈ ਸੀ ਵੀ GT ਨਾਮ ਦੀ ਵੀ ਚੀਜ਼ ਹੁੰਦੀ ਹੈ। ਅੱਜ ਉਹ GT ਰਿਪਲੇਸ ਹੋਏਗੀ GST ਨਾਲ, ਜੈਨੂਇਨ ਸਟੂਡੈਂਟ ਟੈਸਟ। ਹੁਣ ਉਹ ਟੈਸਟ ਨੂੰ ਟੈਸਟ ਲੈਣਗੇ ਜਾਂ ਕੋਈ ਫਾਰਮ 'ਚ ਇੰਟਰੋਡਿਊਸ ਕਰਨਗੇ ਜਾਂ ਯੂਨੀਵਰਸਿਟੀਆਂ ਨੂੰ ਕਹਿਣਗੇ ਆਪਣੀ ਸਿਲੈਕਸ਼ਨ ਪ੍ਰੋਸੈਸ ਨੂੰ ਟਫ ਕਰੋ। ਇਹ ਆਉਣ ਵਾਲੇ 2 ਮਹੀਨਿਆਂ 'ਚ ਪਤਾ ਲੱਗੇਗਾ, ਪਰ ਇਹਦਾ ਇੰਪੈਕਟ ਜੁਲਾਈ ਇਨਟੇਕ ਦੇ ਵਿੱਚ ਆਏਗਾ ਹੀ ਆਏਗਾ ਤੇ ਇੰਪੈਕਟ ਰਿਫਿਊਜ਼ਲ ਵਾਲੇ ਪਾਸਿਓਂ ਆਏਗਾ। ਇੱਕ ਜਿਹੜੇ ਹੁਣ ਬੱਚੇ ਜਾਂ ਪੇਰੈਂਟਸ ਤਿਆਰੀ ਕਰ ਰਹੇ ਆ, ਆਸਟ੍ਰੇਲੀਆ ਜਾਣ ਬਾਰੇ ਸੋਚ ਰਹੇ ਆ, ਉਹਨਾਂ ਨੂੰ ਕਿਹੜੇ ਡਾਕੂਮੈਂਟਸ ਤਿਆਰ ਕਰਨ ਦੀ ਲੋੜ ਹੈ ਕਿ ਕਿਹੋ ਜਿਹੀ ਤਿਆਰੀ ਘਰੇ ਬੈਠ ਕੇ ਹੋਮਵਰਕ ਕਹਿ ਦਈਏ ਆਪਾਂ? ਦੇਖੋ, ਇਹ ਤਿਆਰੀ 2 ਤਰਫੀ ਹੋਏਗੀ ਜੀ। ਇੱਕ ਪਹਿਲੀ ਤਿਆਰੀ ਤਾਂ ਹੋਏਗੀ ਤੁਹਾਡੀ ਡਾਕੂਮੈਂਟੇਸ਼ਨ ਦੀ। ਜੇ ਤੁਹਾਡੇ ਬੱਚੇ ਨੇ CBSE ICSE ਤੋਂ ਪਾਸ ਆਊਟ ਕੀਤਾ ਹੈਗਾ +2, 65% ਘੱਟੋ ਘੱਟ ਨੰਬਰ ਚਾਹੀਦੇ ਨੇ ਅਕੈਡਮਿਕ 4 ਦੇ ਵਿੱਚ, ਜਿਹੜੇ ਅਕੈਡਮਿਕ ਸਬਜੈਕਟਸ ਹੁੰਦੇ ਨੇ। ਆਇਲਸ ਦੇ ਵਿੱਚ ਓਵਰਆਲ 6 ਨਾਟ ਲੈਸ ਦੈਨ 5.5, ਤੁਹਾਡਾ ਆਸਟ੍ਰੇਲੀਆ ਦਾ ਸਫ਼ਰ ਸ਼ੁਰੂ ਹੋ ਸਕਦਾ ਹੈ। ਪਰ ਅਗੇਨ ਤੁਸੀਂ ਬੱਚੇ ਨੂੰ ਜੋ 12ਵੀਂ ਤੋਂ ਬਾਅਦ ਭੇਜਣਾ ਹੈ, ਇਹ ਹਰੇਕ ਉਸ ਪੇਰੈਂਟ ਨੂੰ ਐਡਵਾਈਸ ਹੋਏਗੀ ਘੱਟੋ ਘੱਟ ਸਾਲ ਦੀ ਫੀਸ ਦਾ ਇੰਤਜ਼ਾਮ ਕਰਕੇ ਭੇਜਣਾ। ਸਿਰਫ ਇਹ ਨਾ ਰੱਖਣਾ ਵੀ ਸਿਰਫ ਪਹੁੰਚ ਹੀ ਕਰਨੀ ਹੈ 15-17 ਲੱਖ ਰੁਪਏ ਦੀ ਐਂਡ ਦੈਟਸ ਇਟ। ਇਸ ਤਰ੍ਹਾਂ ਆਸਟ੍ਰੇਲੀਆ ਨਹੀਂ ਚੱਲਦਾ। ਇਹ ਉਹੀ ਬੱਚਾ ਹੈ ਜਦ ਉਹਦੀ ਦੂਜੀ ਫੀਸ ਦੇਣ ਦੀ ਵਾਰੀ ਆਉਂਦੀ ਹੈ $15,000 ਜਾਂ $16,000, ਉਹਨੂੰ ਉਹ ਡਾਲਰ ਬਹੁਤ ਜ਼ਿਆਦਾ ਲੱਗਦੇ ਕਿਉਂਕਿ ਇਕੱਠੇ ਨਹੀਂ ਹੋ ਪਾਉਂਦੇ ਪਹਿਲੇ 4-5 ਮਹੀਨਿਆਂ ਦੇ ਵਿੱਚ। ਜੇ ਆਪਾਂ ਇਹ ਐਕਸਪੈਕਟ ਕਰਕੇ ਚਲਾਂਗੇ ਬੱਚੇ ਤੋਂ ਵੀ 12ਵੀਂ ਪਾਸ ਬੱਚਾ 18-19 ਸਾਲ ਦਾ ਬੱਚਾ ਉੱਥੇ ਜਾ ਕੇ $16,000 ਬਚਾ ਲੇ ਪਹਿਲੇ 6 ਮਹੀਨੇ ਜਾ ਕੇ, ਇਹ ਜਾਦੂ ਨਹੀਂ ਹੋਣ ਵਾਲਾ। ਉਹਨਾਂ ਬੱਚੇ ਦਾ ਇੱਕ ਅੰਡਰਸਟੈਂਡਿੰਗ ਲੈਵਲ, ਮੈਚਿਓਰਿਟੀ ਲੈਵਲ ਬਹੁਤ ਜ਼ਿਆਦਾ ਮਾਇਨੇ ਰੱਖਦਾ, ਕਿਉਂਕਿ ਇਸ ਟਾਈਮ ਉਹਦੇ ਸ਼ੌਂਕ ਵੀ ਪੂਰੇ ਹੋਣੇ ਹੈ, ਉਹਦਾ ਸਟਰਗਲ ਫੇਜ਼ ਵੀ ਆਉਣਾ ਜਦ ਉਹਨੂੰ ਜੌਬ ਤੇ ਪੜ੍ਹਾਈ ਮੈਨੇਜ ਕਰਨੀ ਪੈਣੀ ਹੈ। ਉੱਪਰੋਂ ਸ਼ਾਇਦ ਕੁਝ ਬੱਚਿਆਂ ਦੀ ਕਮਿਟਮੈਂਟ ਹੁੰਦੀ ਹੈ ਆਪਣੇ ਪੇਰੈਂਟਸ ਦੇ ਨਾਲ, ਜੋ ਤੁਸੀਂ ਕਰਜ਼ਾ ਚੱਕ ਕੇ ਭੇਜਿਆ ਮੈਂ ਜੌਬ ਮਿਲਦੇ ਹੀ ਸ਼ੁਰੂ ਕਰ ਦਾਂਗਾ ਦੇਣਾ, ਇਹ ਵੀ ਹੁੰਦਾ ਕਨਸੈਪਟ। ਤਾਂ ਇਹੋ ਜਿਹੇ ਬੱਚਿਆਂ ਲਈ ਆਸਟ੍ਰੇਲੀਆ ਬਿਲਕੁਲ ਨਹੀਂ ਬਣਿਆ, ਸਪੈਸ਼ਲੀ ਐਟ ਅ ਬੈਚਲਰ ਲੈਵਲ। ਤਾਂ ਉਹ ਬੱਚੇ ਆਪਣਾ ਡੈਸਟੀਨੇਸ਼ਨ ਕੁਝ ਹੋਰ ਚੁਣਨ। ਸ਼ਾਇਦ ਕੈਨੇਡਾ ਉਹਨੇ ਵਾਸਤੇ ਜ਼ਿਆਦਾ ਸੂਟ ਹੈ ਕਿਉਂਕਿ ਉੱਥੇ 2 ਸਾਲ ਦਾ ਡਿਪਲੋਮਾ ਹੈ, 17-18 ਲੱਖ ਰੁਪਏ ਦੇ ਵਿੱਚ ਤੁਹਾਡੇ ਫੀਸਾਂ ਤੇ ਖਰਚੇ ਦੋਨੋਂ ਚਲੇ ਜਾਂਦੇ ਨੇ। ਹਾਲਾਂਕਿ ਇੰਨਾ ਪੈਸਾ ਆਸਟ੍ਰੇਲੀਆ ਸਿਰਫ ਪਹਿਲੀ ਵਾਰ ਜਾਣ ਦਾ ਲੱਗਦਾ ਤੇ $15,000 10 ਲੱਖ ਰੁਪਏ ਤੁਸੀਂ ਹੋਰ ਜਮ੍ਹਾਂ ਕਰਾਣੇ ਹੁੰਦੇ ਨੇ ਫੀਸਾਂ ਦੇ ਆਉਣ ਵਾਲੇ 4 ਤੋਂ 5 ਮਹੀਨਿਆਂ ਦੇ ਵਿੱਚ। ਤੇ ਹਰੇਕ ਉਸ ਪੇਰੈਂਟ ਨੂੰ ਜੋ ਐਕਚੁਅਲ 'ਚ ਆਸਟ੍ਰੇਲੀਆ ਲਈ ਆਪਣੇ ਬੱਚੇ ਨੂੰ ਸਿਲੈਕਟ ਕਰਦਾ 1 ਸਾਲ ਦੀ ਫੀਸ ਦਾ ਖਰਚਾ ਹੋਵੇ, ਦੈਟ ਮੀਨ 30 ਲੱਖ ਰੁਪਏ ਤੁਹਾਡੇ ਕੋਲ ਇੰਤਜ਼ਾਮ ਹੋਣਾ ਚਾਹੀਦਾ, ਚਾਹੇ ਦੇਣਾ ਕਿਸ਼ਤਾਂ 'ਚ, ਇੱਕ ਅੱਧੀ ਅੱਜ ਤੇ ਅੱਧੀ 5-6 ਮਹੀਨੇ ਬਾਅਦ, ਪਰ ਜਾਏਗੀ ਜ਼ਰੂਰ। ਇਹ ਜੇ ਇੰਨਾ ਸਪੋਰਟ ਤੁਸੀਂ ਬੱਚੇ ਨੂੰ ਕਰਦੇ ਹੋ ਜਿਹੜਾ ਅਗੇਨ 18-19 ਸਾਲ ਦਾ ਹੀ ਹੈਗਾ, ਤਾਂ ਉਹਦੇ ਲਈ ਜ਼ਿੰਦਗੀ ਦਾ ਇੱਕ ਫਾਊਂਡੇਸ਼ਨ ਵਧੀਆ ਬਣਦਾ। ਨਹੀਂ ਤਾਂ ਇਹੀ ਬੱਚਾ ਆਪਣੀ ਪੜ੍ਹਾਈ ਛੱਡ ਕੇ ਕੰਮ ਦੇ ਪਿੱਛੇ ਪਊਗਾ ਕਿਉਂਕਿ ਉਹ ਤੋਂ ਫੀਸ ਮੈਨੇਜ ਨਹੀਂ ਹੋਣੀ। ਤੇ ਉਹਨੂੰ ਹਰ ਬੱਚੇ ਨੂੰ ਪਹਿਲੀ ਪ੍ਰਾਇਰਟੀ ਆਪਣੇ ਘਰਦਿਆਂ ਦਾ ਸਪੋਰਟ ਬਣਨ ਦੀ ਹੋ ਜਾਂਦੀ ਹੈ। ਉਹ ਕਹਿੰਦਾ ਚੱਲ ਮੇਰੀ ਜ਼ਿੰਦਗੀ ਜਿਵੇਂ ਮਰਜ਼ੀ ਜੀ ਜਾਏ, ਪਰ ਜੋ ਮੈਂ ਪਾਪਾ ਜੀ ਨੇ ਕਰਜ਼ਾ ਚੱਕ ਕੇ ਭੇਜਿਆ ਜਾਂ ਜ਼ਮੀਨ ਵੇਚ ਕੇ ਭੇਜੀ ਹੈ, ਮੈਂ ਉਹਨੂੰ ਪੂਰੀ ਤਰ੍ਹਾਂ ਠੀਕ ਕਰਾਂ। ਪਹਿਲਾਂ ਉੱਧਰਲੇ ਪਾਸੇ ਹੋ ਗਿਆ, ਉਹ ਆਪਣੇ ਮੋਰੈਲਿਟੀ ਲੈਵਲ 'ਤੇ ਬਿਲਕੁਲ ਠੀਕ ਹੈ, ਪਰ ਆਪਣੀ ਜ਼ਿੰਦਗੀ ਦੀ ਪਲੈਨਿੰਗ ਹਿਲਾ ਬੈਠਦਾ ਲੰਬੇ ਤੌਰ 'ਤੇ। ਹੁਣ ਇਹ ਦੇਖਿਆ ਗਿਆ ਜੇ ਬੱਚਾ ਬੈਚਲਰ ਤੋਂ ਬਾਅਦ ਮਾਸਟਰਸ ਜਾਂਦਾ ਹੈ, ਉਹਦਾ ਸਟਰਗਲ ਪੀਰੀਅਡ ਘੱਟ ਹੁੰਦਾ ਕਿਉਂਕਿ ਬੱਚਾ ਕਿਤੇ ਨਾ ਕਿਤੇ ਮੈਚਿਓਰ ਹੁੰਦਾ। ਕਾਲਜ ਤੋਂ ਨਿਕਲ ਕੇ ਕਾਲਜ ਦੀ ਜ਼ਿੰਦਗੀ ਦੇਖੀ ਹੈ, ਸਟਰਗਲ ਦੇਖੇ ਹੈ ਤੇ ਬੈਸਟ ਪੋਸੀਬਿਲਿਟੀ ਵੀ ਦੇਖੀ ਹੈ। ਉਹ ਫੈਂਸੀ ਵਰਲਡ ਖਤਮ ਹੋ ਜਾਂਦਾ, ਜਿਹੜੀ ਫੈਂਸੀ ਦੁਨੀਆ ਹੁੰਦੀ ਹੈ ਨਾ ਵੀ 12ਵੀਂ ਕਰਦੇ ਲੱਗਦਾ ਵੀ ਹੁਣ ਕਾਲਜ ਲਾਈਫ ਸ਼ੁਰੂ ਹੋਣ ਵਾਲੀ ਹੈ, ਉੱਥੇ ਇਹ ਹੋਏਗਾ ਜਾਂ ਇਹ ਨਹੀਂ ਹੋਏਗਾ। ਗ੍ਰੈਜੂਏਟ ਕਰਕੇ ਬੱਚਾ ਥੋੜ੍ਹਾ ਮੈਚਿਓਰ ਹੋ ਜਾਂਦਾ, ਹਾਊ ਟੂ ਹੈਂਡਲ ਦ ਲਾਈਫ। ਲਾਲਚ ਨਹੀਂ ਹੈਗਾ ਵੀ ਬੱਚੇ ਆਉਣ, ਤੁਸੀਂ ਕਹਿ ਰਹੇ ਹੋ ਵੀ ਬੱਚੇ ਪਹਿਲਾਂ ਗ੍ਰੈਜੂਏਸ਼ਨ ਤੋਂ ਬਾਅਦ ਆਉਣ, ਤੁਹਾਨੂੰ ਲਾਲਚ ਨਹੀਂ ਹੈਗਾ ਕਿਉਂਕਿ ਇਮੀਗ੍ਰੇਸ਼ਨ ਵਾਲਾ ਤਾਂ ਹੁੰਦਾ ਵੀ ਸਾਡੇ ਕੋਲ ਬੱਚੇ ਆਉਣ, ਅਸੀਂ ਕਿਉਂ ਰੱਖਣਾ ਨਾ, ਤੁਸੀਂ ਫੀਸ ਦਾ ਵੀ ਡਰਾ ਰਹੇ ਹੋ ਵੀ 30 ਲੱਖ ਚਾਹੀਦਾ। ਬਿਲਕੁਲ, ਉਹਦਾ ਲਾਲਚ ਨੂੰ ਇਸ ਤਰ੍ਹਾਂ ਜੀ, ਬੱਚਾ ਬਹੁਤ ਹੈ ਮਾਰਕੀਟ ਦੇ ਵਿੱਚ, ਬਟ ਜੇ ਉਹ ਸਹੀ ਟਿਕਾਣੇ ਨਹੀਂ ਪਹੁੰਚੂਗਾ ਤਾਂ ਉਹ ਆਪਣੀ ਜ਼ਿੰਦਗੀ ਖਰਾਬ ਕਰੇਗਾ। ਇਟਸ ਲਾਈਕ ਮੈਨੂੰ ਐਕਚੁਅਲੀ 20 ਸਾਲ ਹੋ ਗਏ ਇਸ ਕਾਰੋਬਾਰ ਦੇ ਵਿੱਚ, ਬਹੁਤ ਜ਼ਿੰਦਗੀਆਂ ਬਣਦੀਆਂ ਦੇਖੀਆਂ ਨੇ 21 ਸਾਲ 'ਤੇ।
ਬਹੁਤ ਜ਼ਿੰਦਗੀਆਂ ਖਰਾਬ ਹੁੰਦੀਆਂ ਦੇਖੀਆਂ ਨੇ ਇੱਕ ਡਿਸੀਜਨ ਦੇ ਨਾਲ। ਇਹ ਉਹ ਡਿਸੀਜਨ ਹੁੰਦਾ ਜਿੱਥੇ ਬੱਚਿਆਂ ਨੂੰ ਘਰ ਦਾ ਸਪੋਰਟ ਨਹੀਂ ਮਿਲਦਾ। ਮੇਰੀ ਆਹ ਬੇਨਤੀ ਹਰੇਕ ਉਸ ਪੇਰੈਂਟ ਨੂੰ, ਮੈਂ ਬਾਰ-ਬਾਰ ਵਰਡ ਬੇਨਤੀ ਯੂਜ਼ ਕਰਦਾ ਇਸ ਪਲੇਟਫਾਰਮ ਤੋਂ, ਕਿਉਂਕਿ ਜੇ ਤੁਹਾਡਾ ਸਪੋਰਟ ਤੁਹਾਡੇ ਬੱਚੇ ਨੂੰ ਹੈ ਨਾ ਆਪਣੀ ਜ਼ਿੰਦਗੀ ਬਣਾ ਲੂਗਾ। ਜੇ ਤੁਹਾਡਾ ਸਪੋਰਟ ਦੀ ਥਾਂ ਤੁਹਾਡਾ ਪ੍ਰੈਸ਼ਰ ਬੱਚੇ ਤੇ ਹੈ ਤੇ ਤੁਸੀਂ ਸਟੂਡੈਂਟ ਵੀਜ਼ੇ ਨੂੰ ਵਰਤ ਕੇ ਭੇਜਦੇ ਪਏ ਹੋ ਵੀ ਚਲੋ ਉੱਥੇ ਜਾਂਦੇ ਪਹੁੰਚ ਜਾਵੇ, ਤਾਂ ਉਹ ਐਕਸ਼ਨ ਬਹੁਤ ਸਾਰੇ ਡਿਜ਼ਰਵਿੰਗ ਸਟੂਡੈਂਟ ਦਾ ਦਰਵਾਜ਼ਾ ਬੰਦ ਕਰ ਦੂਗਾ। ਅੱਜ ਪੰਜਾਬ, ਹਰਿਆਣਾ, ਰਾਜਸਥਾਨ ਕਿੰਨੀਆਂ ਯੂਨੀਵਰਸਿਟੀਆਂ ਨੇ ਬੈਨ ਕੀਤਾ ਹੋਇਆ, ਤੇ ਬੈਨ ਦਾ ਕਾਰਨ ਪਤਾ ਕੀ ਹੈ? ਜਿਹੜੇ ਬੱਚੇ ਗਏ ਹੈ ਉਹ ਪੜ੍ਹਦੇ ਨਹੀਂ ਹੈਗੇ, ਉਹ ਕੰਮਾਂ ਵਾਲੇ ਪਾਸੇ ਹੋ ਜਾਂਦੇ ਨੇ। ਦੈਟ ਮੀਨ ਕਿਸੇ ਨੇ ਆ ਸੋਚ ਰੱਖੀ ਜਿਹਦੇ ਕਰਕੇ ਅੱਜ ਪੰਜਾਬ ਦਾ 90% ਲੈਣ ਵਾਲਾ ਬੱਚਾ ਵੀ ਆਸਟ੍ਰੇਲੀਆ ਨਹੀਂ ਜਾ ਸਕਦਾ, ਕਿਉਂਕਿ ਆਸਟ੍ਰੇਲੀਆ ਸਾਨੂੰ ਬੁਲਾ ਹੀ ਨਹੀਂ ਰਿਹਾ। ਤਾਂ ਮੇਰਾ ਲਾਲਚ ਬੱਚੇ ਦਾ ਬਿਲਕੁਲ ਨਹੀਂ ਹੈ। ਮੇਰਾ ਲਾਲਚ ਹੈ ਜਿੱਥੇ ਤੁਸੀਂ ਇੰਨਾ ਪੈਸਾ ਲਾ ਕੇ ਜਾਣੇ ਪਏ ਹੋ, ਐਟਲੀਸਟ ਆਪਣੀ ਕੰਟਰੀ ਸਹੀ ਡਿਸਾਈਡ ਕਰੋ। ਕੈਨੇਡਾ ਤੁਹਾਨੂੰ ਪਹਿਲੇ ਆਪਸ਼ਨ ਮਿਲਦੀ ਹੈ, ਕੈਨੇਡਾ ਜਾਓ ਕਿਉਂਕਿ ਉਹ ਡਿਪਲੋਮਿਆਂ ਦਾ ਘਰ ਹੈ। ਆਸਟ੍ਰੇਲੀਆ ਐਂਡ UK ਇਹ ਸਿਰਫ ਔਰ ਸਿਰਫ ਡਿਗਰੀਆਂ ਦਾ ਘਰ ਹੈ। ਤੁਸੀਂ ਡਿਪਲੋਮੇ ਨਾਲ ਉਹਨੂੰ ਟਰਾਂਸਲੇਟ ਕਰੋਗੇ, ਤੁਹਾਡੀ ਆਪਣੀ ਜ਼ਿੰਦਗੀ ਖਰਾਬ ਹੋਣੀ ਹੈ, ਸਾਨੂੰ ਕਮਿਸ਼ਨ ਫਿਰ ਵੀ ਆ ਜਾਣਾ। ਤਾਂ ਉਹ ਬੱਚਾ ਜਾਵੇ ਜਿਹੜਾ ਐਕਚੁਅਲ ਦੇ ਵਿੱਚ ਉੱਥੇ ਜਾ ਕੇ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦਾ। 3 ਸਾਲ ਦਾ ਸਟਰਗਲ ਤੇ ਆਉਣ ਵਾਲੇ ਮਤਲਬ 50-60 ਸਾਲ ਦੀ ਜ਼ਿੰਦਗੀ ਸੈੱਟ। ਪਰ ਉਹ ਜਦ ਤੁਸੀਂ ਉਹਨੂੰ ਫਾਰਮੂਲੇ ਨੂੰ ਉਲਟਾ ਕਰ ਦਿੰਦੇ ਹੋ, ਆ 3 ਸਾਲ ਦੇ ਸਟਰਗਲ ਨੂੰ ਵੀ 3 ਸਾਲ ਦੀ ਇਨਕੈਸ਼ਮੈਂਟ ਕਰਦੇ ਹੋ। ਕਹਿੰਦੇ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਇੱਕੋ ਵਾਰ ਨਹੀਂ ਵੱਢੀਦਾ ਹੁੰਦਾ, ਉਹ ਤੁਹਾਨੂੰ ਪੂਰੀ ਜ਼ਿੰਦਗੀ ਲਈ ਕਹਿੰਦੇ ਪਏ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਓ। ਇਹ ਤੁਸੀਂ ਕਹਿੰਦੇ ਪਏ ਹੋ ਨਹੀਂ, 3 ਸਾਲ ਦੇ ਵਿੱਚ ਜੋ ਮਾਲ ਅੰਦਰ ਹੁੰਦਾ ਅੰਦਰ ਕਰੀਏ। ਤੇ ਇਹ ਬੱਚਿਆਂ ਨੂੰ PR ਦਾ ਕੱਲ ਸਟਰਗਲ 110% ਆਉਣਾ। ਨਾਲ ਦੇ ਨਾਲ ਪਿਛਲੇ ਜਿਹੜੇ ਬੱਚੇ ਲਾਈਨ 'ਚ ਬੈਠੇ ਪਏ ਆ ਉਹਨਾਂ ਦੇ ਦਰਵਾਜ਼ੇ ਬੰਦ ਹੁੰਦੇ ਆ ਆਸਟ੍ਰੇਲੀਆ ਦੇ। ਇੱਕ ਜਿਹੜਾ ਹੁਣ ਬੱਚਿਆਂ ਨੂੰ ਸਟਰੀਮ ਹੁੰਦੀ ਹੈ +2 ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਬਜੈਕਟ ਆ ਉਹਨਾਂ ਦੇ, ਤੇ ਉਹਨਾਂ ਨੂੰ ਕੀ ਤਿਆਰੀ ਚਾਹੀਦੀ ਹੈ ਤੇ ਕਿਹੜੇ-ਕਿਹੜੇ ਕੋਰਸਿਸ ਲਈ ਕਿਹੜੀ ਜਗ੍ਹਾ ਆਸਟ੍ਰੇਲੀਆ ਦੇ ਵਿੱਚ ਠੀਕ ਹੈ? ਦੇਖੋ ਆਸਟ੍ਰੇਲੀਆ ਦੇ ਵੱਡੇ ਸ਼ਹਿਰ ਸਭ ਨੂੰ ਪਤਾ, ਮੈਲਬਨ, ਸਿਡਨੀ, ਬ੍ਰਿਸਬੇਨ, ਪਰਥ, ਗੋਲਡ ਕੋਸਟ ਐਂਡ ਕੈਨਬਰਾ ਵੈਰੀ ਪੋਪੂਲਰ ਐਂਡ ਐਡਲੇਡ ਆਲਸੋ। ਤਾਂ ਯੂਨੀਵਰਸਿਟੀਆਂ 43 ਆਸਟ੍ਰੇਲੀਆ ਦੇ ਵਿੱਚ, ਇਹ ਚਾਹੇ ਪਾਪੂਲੇਸ਼ਨ ਕਰੋੜਾਂ ਦੀ ਹੋਵੇ ਜਾਂ ਲੱਖਾਂ ਦੀ ਹੋਵੇ, ਯੂਨੀਵਰਸਿਟੀਆਂ ਇੰਨੀਆਂ ਹੀ ਰਹਿਣੀਆਂ ਨੇ। ਕੋਰਸ ਨੂੰ ਲੈ ਕੇ ਆਈ ਵਾਂਟ ਟੂ ਐਡਵਾਈਜ਼, ਅੱਜ ਦਾ ਟਾਈਮ ਨਾਰਮਲ ਕੋਰਸਿਸ ਦਾ ਨਹੀਂ ਰਿਹਾ। ਇੱਕ ਆਰਟੀਕਲ ਪੜ੍ਹਿਆ ਸੀ ਪਿੱਛੇ ਮੈਂ, ਉਹ ਕਹਿੰਦੇ 2030 ਦੇ ਵਿੱਚ ਜਿਹੜੀ ਜੌਬਾਂ ਮਿਲਣਗੀਆਂ ਨਾ ਲੋਕਾਂ ਨੂੰ, ਉਹ ਸ਼ਾਇਦ 65% ਜੌਬ ਸਾਨੂੰ ਪਤਾ ਹੀ ਨਹੀਂ ਅੱਜ ਦੀ ਡੇਟ ਦੇ ਵਿੱਚ ਐਗਜ਼ਿਸਟ ਵੀ ਕਰਦੀਆਂ। ਦੈਟ ਮੀਨ ਆਉਣ ਵਾਲੇ 5, 10, 15 ਸਾਲ ਪੂਰੀ ਨਵੀਂ ਜ਼ਿੰਦਗੀ ਲੈ ਕੇ ਆਉਣਗੇ। ਤੇ ਉਸੇ ਤਰੀਕੇ ਨਾਲ ਜਿਹੜਾ ਤੁਹਾਡਾ ਕੋਰਸ ਹੈਗਾ, ਡਿਗਰੀ ਦੀ ਚੋਣ ਹੈ, ਉਹ ਜਿੰਨੀ ਸੁਪਰ ਸਪੈਸ਼ਲਾਈਜ਼ ਤਰੀਕੇ ਦੀ ਹੋਏਗੀ, ਉਹ IT ਦੇ ਵਿੱਚ ਤੁਹਾਡਾ ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਸਿਕਿਉਰਿਟੀ, ਮਲਟੀਮੀਡੀਆ, ਸਪੈਸ਼ਲਾਈਜ਼ ਪ੍ਰੋਗਰਾਮ ਜਿੰਨੇ ਹੋਣਗੇ, ਉਹਨਾਂ ਤੁਸੀਂ ਜੌਬ ਮਾਰਕੀਟ ਵਾਸਤੇ ਤਿਆਰ ਹੋਵੋਗੇ। ਇੱਕ ਬਹੁਤ ਵਧੀਆ ਸਬਜੈਕਟ ਹੈ ਕਾਮਰਸ ਵਾਸਤੇ, ਕਿਹਨੇ ਕਾਮਰਸ ਪਾਸ ਆਊਟ ਕੀਤਾ ਹੈ, ਦੈਟ ਇਜ਼ ਫੋਰੈਂਸਿਕ ਅਕਾਊਂਟਿੰਗ ਦੇ ਫਰਾਡ ਜਿਹੜੇ ਦੁਨੀਆ ਭਰ 'ਚ ਹੁੰਦੇ ਨੇ, ਉਹਨੂੰ ਫੜਨ ਵਾਸਤੇ ਕੋਰਸਿਸ ਬਣੇ ਹੋਏ ਨੇ। ਕਿਉਂਕਿ ਅੱਜ ਦਾ ਟਾਈਮ ਕ੍ਰਿਪਟੋ ਕਰੰਸੀ ਦਾ ਹੈਗਾ, ਡਿਜੀਟਲ ਕਰੰਸੀਜ਼ ਦਾ ਹੈਗਾ। ਹੁਣ ਡਿਜੀਟਲ ਕਰੰਸੀ ਜਦ ਆਊਗੀ, ਉਹ 'ਚ ਕ੍ਰਾਈਮ ਵੀ ਹੋਣਗੇ, ਜਿਵੇਂ ਬਈ ਖਾਤਿਆਂ 'ਚ ਹੁੰਦੇ ਆਏ ਨੇ ਪੁਰਾਣੇ ਟਾਈਮ 'ਤੇ ਪੈਸਿਆਂ ਦਾ ਫੇਰ ਬਦਲ। ਹੁਣ ਉਹ ਡਿਜੀਟਲ ਦੁਨੀਆ ਜਾਣਗੇ ਤਾਂ ਉਹਦੀ ਪੜ੍ਹਾਈ ਕਰਾਈ ਜਾ ਰਹੀ ਹੈ। ਤਾਂ ਜਿੰਨੀ ਯੂਨੀਵਰਸਿਟੀਆਂ ਆਸਟ੍ਰੇਲੀਆ 'ਚ ਹੈਗੀਆਂ, ਉਹ ਤੁਹਾਨੂੰ ਤਿਆਰ ਕਰਦੀਆਂ ਹੈ ਆਉਣ ਵਾਲੇ ਫਿਊਚਰ ਵਾਸਤੇ, ਨਾ ਕਿ ਟ੍ਰੈਡੀਸ਼ਨਲ ਵਾਸਤੇ ਜੋ ਅੱਜ ਵੀ ਤੁਸੀਂ ਕਰਦੇ ਪਏ ਹੋ। BA, BCom, BCA, BSc IT, ਉਹੀ ਸਬਜੈਕਟ ਜੋ ਚੱਲੀ ਜਾਂਦੇ ਨੇ ਕਿੰਨੇ ਸਾਲਾਂ ਦੇ, ਤੇ ਜਿਹਦਾ ਜੌਬ ਮਾਰਕੀਟ ਦੇ ਵਿੱਚ 10 ਤੋਂ 12 ਹਜ਼ਾਰ ਰੁਪਏ ਤੋਂ ਉੱਤੇ ਤਨਖਾਹ ਨਹੀਂ ਮਿਲਦੀ। ਹੋਰ ਕਿਹੜੀਆਂ ਚੁਣੌਤੀਆਂ ਲੱਗਦਾ ਤੁਹਾਨੂੰ ਆਸਟ੍ਰੇਲੀਆ ਦੀਆਂ ਵੱਡੀਆਂ ਚੁਣੌਤੀਆਂ? ਦੇਖੋ ਵੱਡੀਆਂ ਚੁਣੌਤੀਆਂ ਤਾਂ ਇਹੀ ਹੈਗੀਆਂ, ਬੇਸਿਕਲੀ ਜਦ ਤੁਹਾਡਾ ਵੀਜ਼ਾ ਲੱਗ ਜਾਂਦਾ ਹੈ, ਆਪਣੇ ਆਪ ਨੂੰ 2 ਤੋਂ 3 ਮਹੀਨੇ ਦੇ ਕੇ ਚੱਲੋ ਕੰਟਰੀ 'ਚ ਸੈਟਲ ਹੋਣ ਵਾਸਤੇ। ਉਹਦਾ ਤਾਂ ਹੀ ਦੇ ਪਾਓਗੇ ਜੇ ਘਰੇ ਕਲੀਅਰ ਕੱਟ ਕਮਿਊਨੀਕੇਸ਼ਨ ਹੋਏਗਾ। 1 ਸਾਲ ਦੀ ਫੀਸ ਦਾ ਇੰਤਜ਼ਾਮ ਤੁਸੀਂ ਪਹਿਲੇ 6 ਮਹੀਨੇ ਆਸਟ੍ਰੇਲੀਆ 'ਚ ਕੱਢ ਲੈਂਦੇ ਹੋ ਵਿਦ ਪ੍ਰੋਪਰ ਫੋਕਸ ਟੂ ਸਟੱਡੀ। ਉਸ ਤੋਂ ਬਾਅਦ ਤੁਹਾਡਾ ਉੱਥੋਂ ਦਾ ਸਫ਼ਰ ਬਹੁਤ ਸ਼ਾਨਦਾਰ ਹੈ, ਕਿਉਂਕਿ ਯੂਨੀਵਰਸਿਟੀ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਹਰ ਪਾਸਿਓਂ ਸਪੋਰਟ ਕਰਦੀ ਹੈ, ਚਾਹੇ ਉਹ ਪਾਰਟ ਟਾਈਮ ਜੌਬ ਹੋਵੇ, ਅਕੋਮੋਡੇਸ਼ਨ ਹੋਵੇ, ਤੁਹਾਡੇ ਐਂਟਰਪ੍ਰੈਨਿਓਰ ਸਕਿੱਲ ਹੋਣ। ਤੁਸੀਂ ਕਹਿੰਦੇ ਹੋ ਜੀ ਮੇਰੇ ਕੋਲ ਬਹੁਤ ਆਈਡੀਆਜ਼ ਨੇ ਐਂਟਰਪ੍ਰੈਨਿਓਰ ਬਣਨ ਵਾਸਤੇ, ਉਹਨਾਂ ਦੇ ਸਪੈਸ਼ਲ ਸੈੱਲ ਬਣ ਚੁੱਕੇ ਆ ਯੂਨੀਵਰਸਿਟੀਆਂ ਦੇ ਵਿੱਚ। ਜੇ ਐਂਟਰਪ੍ਰੈਨਿਓਰ ਆਈਡੀਆਜ਼ ਨੂੰ ਉਹ ਇੱਕ ਪੂਰਾ ਇਨਕਿਊਬੇਟਰ ਦਿੰਦੇ ਨੇ, ਬਰੀਥਿੰਗ ਸਪੇਸ ਦਿੰਦੇ ਨੇ ਐਂਡ ਫੰਡ 'ਚ ਵੀ ਮਦਦ ਕਰਦੇ ਨੇ, ਤਾਂ ਤੁਹਾਡੀ ਜ਼ਿੰਦਗੀ ਉੱਥੇ ਜਾ ਕੇ ਇੱਕ ਨਵੇਂ ਖੰਭ ਲੈ ਕੇ ਉੱਡਦੀ ਹੈ। ਇਹ ਉੱਥੇ ਪਹੁੰਚ ਕੇ, ਇੱਥੋਂ ਪਹੁੰਚਣ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਨੂੰ ਹਰ ਪਾਸਿਓਂ ਦੇਖੋ। ਮੇਰੀ ਅਕੈਡਮਿਕ ਕੁਆਲੀਫਿਕੇਸ਼ਨ ਨੰਬਰ ਕਿੰਨੇ ਹੈ, ਉਹਦੇ ਵਿੱਚ ਆਪਣੀ ਇੱਛਾ ਨਾ ਲੈ ਕੇ ਆਓ। ਇੱਛਾ ਤੋਂ ਮੇਰਾ ਮਤਲਬ ਹੈ ਮੈਂ ਜਾਣਾ ਹੀ ਮੈਲਬਨ ਹੈ, ਮੈਂ ਜਾਣਾ ਹੀ ਸਿਡਨੀ ਹੈ। ਕਿਉਂਕਿ ਜੇ ਤੁਸੀਂ ਯੂਨੀਵਰਸਿਟੀਆਂ ਦੀ ਐਂਟਰੀ ਕ੍ਰਾਈਟੀਰੀਆ ਜਾਂ GT ਕ੍ਰਾਈਟੀਰੀਆ ਮੀਟ ਨਹੀਂ ਕਰਦੇ,
ਤਾਂ ਜਿਸ ਦਿਨ ਤੁਸੀਂ ਆਫਰ ਲੈਟਰ ਅਪਲਾਈ ਕਰਨ ਕਿਸੇ ਵੀ ਏਜੰਟ ਕੋਲ ਜਾਂਦੇ ਹੋ ਤੇ ਉਸ ਤੋਂ 6 ਮਹੀਨੇ ਬਾਅਦ ਉੱਥੇ ਹੀ ਖੜੇ ਮਿਲੋਗੇ, ਕਿਉਂਕਿ ਤੁਹਾਡੀ ਇੱਛਾ ਹੈ ਉੱਥੇ ਜਾਣ ਦੀ, ਉੱਥੇ ਤੁਸੀਂ ਕੁਆਲੀਫਾਈ ਨਹੀਂ ਕਰਦੇ ਤੇ ਕੋਈ ਸ਼ਾਇਦ ਏਜੰਟ ਤੁਹਾਨੂੰ ਦੱਸਦਾ ਨਹੀਂ ਹੋਣਾ, ਤੁਸੀਂ ਕੁਆਲੀਫਾਈ ਨਹੀਂ ਕਰੋਗੇ, ਦੇਖਦੇ ਆ ਕਰਦੇ ਆ, ਟਾਈਮ ਲੰਘਾਉਂਦੇ ਪਏ ਨੇ, ਦੈਟਸ ਆਲ। ਹਰ ਇਨਟੇਕ ਦੀ ਇੱਕ ਡੈਡਲਾਈਨ ਹੁੰਦੀ ਹੈ ਅਪਲਾਈ ਕਰਨ ਦੀ, ਜਿਵੇਂ ਇੰਡੀਆ ਵਿੱਚ ਵੀ ਹੁੰਦਾ ਵੀ ਤੁਹਾਡਾ ਆ ਇਨਟੇਕ ਵਾਸਤੇ ਇਸ ਡੇਟ ਤੋਂ ਪਹਿਲਾਂ ਸਾਨੂੰ ਐਪਲੀਕੇਸ਼ਨ ਫਾਰਮ ਮਿਲ ਜਾਏ। ਇਹੀ ਤਰੀਕਾ ਉੱਥੇ ਵੀ ਚੱਲਦੀਆਂ ਨੇ, ਤੁਸੀਂ ਉਹ ਤਰੀਕ ਮਿਸ ਕਰਤੀ ਫਿਰ ਉਹ ਡੈਫਰ ਹੋਣਾ ਹੀ ਹੋਣਾ ਹੈ, ਲਾਜ਼ਮੀ ਹੈ। ਹੁਣ ਜਿਹੜੇ ਪਾਸ ਹੋ ਕੇ ਹਟੇ ਆ +2 ਦੇ, ਉਹਨਾਂ ਲਈ ਕਿਹੜਾ ਇਨਟੇਕ ਸਹੀ ਬੈਠਦਾ? ਉਹਨਾਂ ਲਈ ਫੈਬਰਰੀ ਇਨਟੇਕ ਸਭ ਤੋਂ ਬੈਸਟ ਹੈ ਜੀ। ਜੇ ਤੁਸੀਂ ਕਾਮਰਸ ਜਾਂ IT ਫੀਲਡ ਵਿੱਚ ਜਾਣਾ ਹੈ ਤਾਂ ਬਹੁਤ ਸਾਰੀ ਯੂਨੀਵਰਸਿਟੀਜ਼ ਸੈਪਟੈਂਬਰ ਔਰ ਅਕਤੂਬਰ ਇਨਟੇਕ ਵੀ ਦਿੰਦੀਆਂ ਨੇ, ਬਟ ਅਗੇਨ ਤੁਸੀਂ ਨਾਨ ਮੈਡੀਕਲ ਦੇ ਪਾਸ ਆਊਟ ਹੋ ਜਾਂ ਮੈਡੀਕਲ ਦੇ ਪਾਸ ਆਊਟ ਹੋ, ਲੁਕਿੰਗ ਫॉर ਸਮਥਿੰਗ ਵੈਰੀ ਸਪੈਸੀਫਿਕ ਇਨ ਬਾਇਓਕੈਮਿਸਟਰੀ, ਇੰਜੀਨੀਅਰਿੰਗ ਜਾਂ ਹੋਰ ਪ੍ਰੋਗਰਾਮ ਸਾਇੰਸਿਸ ਵਾਲੇ, ਉਹ ਫੈਬਰਰੀ ਵਿੱਚ ਮਿਲਣਗੇ। ਬਟ ਅਗੇਨ ਇੱਕ ਇੱਥੇ ਸਵਾਲ ਮੈਨੂੰ ਪੁੱਛਿਆ ਜਾਂਦਾ ਅਕਸਰ, ਜੇ ਅਸੀਂ ਫਰਵਰੀ ਜਾਣਾ ਕਿ ਅਸੀਂ ਇੰਡੀਆ ਵਿੱਚ ਐਡਮਿਸ਼ਨ ਲਈਏ ਕਿ ਰਹਿਣ ਦੀਏ? ਮੇਰਾ ਆਨਸਰ ਹੁੰਦਾ ਡੈਫੀਨੇਟਲੀ ਲੈਣੀ ਹੈ, ਕਿਉਂਕਿ ਇਹ ਤੁਸੀਂ ਕਰਦੇ ਪਏ ਹੋ ਪਲੈਨਿੰਗ ਬਾਹਰ ਜਾਣ ਦੀ। ਸਭ ਦੀ ਇੱਛਾ ਤੇ ਐਫਰਟ ਇਹੀ ਹੁੰਦਾ ਪਲੈਨਿੰਗ ਸਿਰੇ ਚੜ੍ਹੇ। ਵਾਟ ਇਫ ਉੱਥੋਂ ਦੀ ਗਵਰਨਮੈਂਟ ਦੇ ਰੂਲਸ ਉਸ ਟਾਈਮ ਤੇ ਤੁਹਾਡੇ ਵੀਜ਼ਾ ਲਈ ਸਪੋਰਟ ਨਾ ਕਰਨ? ਸਪੈਸ਼ਲੀ ਉਹ ਬੱਚੇ ਜਿਨ੍ਹਾਂ ਦਾ ਪਰਸੈਂਟੇਜ ਬਹੁਤ ਵਧੀਆ ਹੈ, ਉਹਨਾਂ ਦਾ ਸਮੇਂ ਖਰਾਬ ਨਹੀਂ ਹੋਣਾ ਚਾਹੀਦਾ, ਤਾਂ ਇੱਕ ਬੈਕਅਪ ਜ਼ਰੂਰ ਹੋਵੇ ਇੰਡੀਆ ਦੇ ਵਿੱਚ, ਤਾਂ ਕਿ ਤੁਸੀਂ ਅਗਲੇ 6 ਮਹੀਨੇ ਵੀ ਪੜ੍ਹਾਈ ਦੇ ਨਾਲ ਲੱਗੇ ਰਹੋ, ਉਹ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਸ਼ੁਕਰੀਆ ਤਮਾਮ ਜਾਣਕਾਰੀ ਲਈ। ਥੈਂਕ ਯੂ ਵੈਰੀ ਮੱਚ। ਸੋ ਇਹ ਸੀਗੇ ਰੋਹਿਤ ਸੇਠੀ ESS ਗਲੋਬਲ ਤੋਂ, ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿ ਆਸਟ੍ਰੇਲੀਆ ਵੀਜ਼ਾ ਜਿਹੜਾ ਹੈਗਾ ਸਟੂਡੈਂਟ ਵੀਜ਼ਾ, ਉਹਦੇ ਲਈ ਕੀ ਕ੍ਰਾਈਟੇਰੀਆ ਚਾਹੀਦਾ, ਕੀ ਫਾਰਮੈਟ ਚਾਹੀਦਾ ਤੇ ਕਿਵੇਂ ਬੱਚੇ ਉਹਨੂੰ ਅਪਲਾਈ ਕਰ ਸਕਦੇ ਆ, ਕਿਹੜਾ ਇਨਟੇਕ ਲੈਣਾ ਚਾਹੀਦਾ ਹੈ। ਸੋ ਆਸਟ੍ਰੇਲੀਆ ਸਟੱਡੀ ਵੀਜ਼ੇ ਨਾਲ ਸੰਬੰਧਿਤ ਆਪਾਂ ਬਹੁਤ ਸਾਰੇ ਸਵਾਲ ਇਹਨਾਂ ਨੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਰੱਖੇ ਹੈ, ਤੇ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਦੇ ਲਈ ਉਹ ਜਾਣਕਾਰੀ ਭਰਪੂਰ ਹੋਣਗੇ। ਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ।